ਅੱਜ ਅਸੀਂ ਪੰਜਵੇਂ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਗਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣੂ ਹੋਵਾਂਗੇ। ਸੋ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਪਹਿਲੀ ਵਿਸ਼ੇਸ਼ਤਾ ਇਹ ਹੈ ਕਿ ਇਹਨੂੰ ਰੋਜ਼ਾਨਾ ਵਿੱਚ ਨਿਯਮ ਦੇ ਨਾਲ ਕਰਨ ਦੇ ਨਾਲ 24,000 ਸਵਾਸ ਸਫਲ ਹੁੰਦੇ ਹਨ। ਪਰ ਇਹ ਸਵਾਸ ਗਿਰਾਸ ਦੀ ਅਵਸਥਾ ਇੱਕਦਮ ਨਹੀਂ ਮਿਲਦੀ, ਸਮਾਂ ਪਾ ਕੇ ਮਿਲਦੀ ਹੈ। ਪਰ ਇੱਥੇ ਧਿਆਨਯੋਗ ਗੱਲ ਇਹ ਹੈ ਕਿ ਸਾਨੂੰ ਉੱਦਮ ਨਹੀਂ ਛੱਡਣਾ ਚਾਹੀਦਾ। ਇਹਨਾਂ ਪੌੜੀਆਂ 'ਤੇ ਚੜ੍ਹਨ ਦਾ ਯਤਨ ਕਰਦੇ ਰਹਿਣਾ ਚਾਹੀਦਾ ਹੈ। ਦਿਲ ਢਾਹ ਕੇ ਨਹੀਂ ਬਹਿਣਾ ਕਿ ਮੈਂ ਇੱਥੇ ਪਹੁੰਚ ਹੀ ਨਹੀਂ ਸਕਦਾ। ਉਦਾਹਰਨ ਵਜੋਂ ਜਿਵੇਂ ਇੱਕ ਕੀੜਾ ਕੰਧ ਉੱਪਰ ਕਿੰਨੀ ਵਾਰ ਚੜ੍ਹਨ ਦਾ ਯਤਨ ਕਰਦਾ ਹੈ, ਡਿੱਗਦਾ ਹੈ, ਅਖੀਰ ਵਿੱਚ ਉਹ ਡਿੱਗ ਕੇ ਸਫਲ ਹੋ ਜਾਂਦਾ ਹੈ। ਇਸੇ ਤਰ੍ਹਾਂ ਸਾਨੂੰ ਕੀੜੇ ਤੋਂ ਮਿਸਾਲ ਲੈਣੀ ਚਾਹੀਦੀ ਹੈ ਕਿ ਯਤਨ ਜਾਰੀ ਰੱਖਣਾ, ਇੱਕ ਦਿਨ ਜ਼ਰੂਰ ਸਫਲਤਾ ਮਿਲ ਜਾਵੇਗੀ, ਇੱਕਦਮ ਅਵਸਥਾ ਨਹੀਂ ਬਣਦੀ। ਸੋ ਦੂਜੀ ਵਿਸ਼ੇਸ਼ਤਾ ਹੀ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਇਹ ਹੈ ਕਿ ਇਹ ਕਲਯੁਗ ਤੋਂ ਰਾਖੀ ਲਈ ਮਜ਼ਬੂਤ ਕਿਲਾ ਹੈ। ਜੋ ਅੱਜ ਦਾ ਸਮਾਂ ਚੱਲ ਰਿਹਾ ਹੈ, ਕਲਯੁਗ ਦਾ ਸਮਾਂ ਚੱਲ ਰਿਹਾ ਹੈ। ਜਿਵੇਂ ਇੱਕ ਮਿਸਾਲ ਹੈ, ਕੋਈ ਰਾਜਾ ਹੋਵੇ ਕਿਸੇ ਦੇਸ਼ ਦਾ, ਉਸ ਤੋਂ ਸਾਰੇ ਡਰਦੇ ਹਨ ਕਿਉਂਕਿ ਰਾਜਾ ਜੋ ਚਾਹੇ ਉਹ ਕਰ ਸਕਦਾ ਹੈ, ਜਿਹੜਾ ਮਰਜ਼ੀ ਚਾਹੇ ਕਾਨੂੰਨ ਬਣਾ ਸਕਦਾ ਹੈ, ਜਿਸ ਨੂੰ ਚਾਹੇ ਫਾਂਸੀ ਲਗਵਾ ਸਕਦਾ ਹੈ, ਪੂਰੀ ਤਾਕਤ ਦਾ ਮਾਲਕ ਹੈ। ਇਹ ਯੁੱਗ ਜਿਹੜਾ ਚੱਲ ਰਿਹਾ ਹੈ ਕਲਯੁਗ ਦਾ ਰਾਜ ਹੈ। ਪਹਿਲੇ ਸਤਿਗੁਰ, ਫਿਰ ਤ੍ਰੇਤਾ, ਫਿਰ ਦੁਆਪਰ ਤੇ ਹੁਣ ਕਲਯੁਗ ਦਾ ਰਾਜ ਹੈ। ਕਿਉਂਕਿ ਉਹ ਰਾਜਾ ਹੈ, 5 ਇਸਦੇ ਜਰਨੈਲ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਲਸ, ਨੀਂਦਰ, ਚੁਗਲੀ, ਬੁਰਾ ਸੋਚਣਾ, ਹੋਰ ਵੀ ਬਹੁਤ ਇਸ ਦੀਆਂ ਫੌਜਾਂ ਨੇ। ਜੇ ਸੁਖਮਨੀ ਸਾਹਿਬ ਜੀ ਦੀ ਬਾਣੀ ਰੋਜ਼ਾਨਾ ਨੇਮ ਨਾਲ ਪੜ੍ਹੀ ਜਾਵੇ, ਇਸ ਦੇ ਅੱਗੇ ਕਲਯੁਗ, ਉਸ ਦੀਆਂ ਫੌਜਾਂ, ਉਸ ਦੇ ਜਰਨੈਲ ਦਾ ਕੋਈ ਵੀ ਜ਼ੋਰ ਨਹੀਂ ਚੱਲਦਾ। ਸੋ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਤੀਜੀ ਵਿਸ਼ੇਸ਼ਤਾ ਇਹ ਹੈ ਕਿ ਇਹ ਬਾਣੀ ਸਿਰਫ ਤਨ ਦੇ ਰੋਗ ਹੀ ਨਹੀਂ, ਮਨ ਦੇ ਰੋਗਾਂ ਤੋਂ ਵੀ ਰਾਜੀ ਕਰਦੀ ਹੈ। ਇਸ ਦੀ ਮੇਨ ਮਹਾਨਤਾ ਇਹ ਹੈ ਕਿ ਇੱਕ ਮਨੁੱਖ ਦੇ ਮਨ ਦੇ ਰੋਗ ਹੁੰਦੇ ਹਨ, ਇੱਕ ਤਨ ਦੇ ਰੋਗ, ਦੋਨਾਂ ਵਿੱਚ ਬਹੁਤ ਫਰਕ ਹੁੰਦਾ ਹੈ। ਤੁਹਾਡੇ ਘਰ ਵਿੱਚ ਕਿਸੇ ਜੀ ਨਾਲ ਵਿਚਾਰ ਨਾ ਰਲਣ ਤੇ ਕਲੇਸ਼ ਪੈ ਗਿਆ ਹੋਵੇ, ਤੁਸੀਂ ਇਹ ਨਹੀਂ ਕਹਿੰਦੇ ਮੇਰੀ ਬਾਂਹ ਦੁਖਦੀ ਹੈ, ਉਦੋਂ ਤੁਸੀਂ ਕਹਿੰਦੇ ਹੋ ਮੇਰਾ ਮਨ ਦੁਖੀ ਹੈ। ਇਹ ਹਨ ਮਨ ਦੇ ਰੋਗ। ਤੇ ਤਨ ਦੇ ਰੋਗ ਜਿਵੇਂ ਕਿ ਮੋਢਾ ਦੁਖਣਾ, ਹੱਥ ਦੁਖਣਾ, ਸਿਰ ਦੁਖਣਾ, ਭਾਵ ਸਰੀਰ ਦੇ ਅੰਗਾਂ ਨੂੰ ਜੇਕਰ ਕੋਈ ਤਕਲੀਫ ਆ ਜਾਵੇ, ਇਹ ਹਨ ਤਨ ਦੇ ਰੋਗ। ਸੋ ਇਸ ਨੂੰ ਰੋਜ਼ਾਨਾ ਨਾਲ ਨੇਮ 'ਚ ਅਪਣਾਉਣ ਦੇ ਨਾਲ ਤਨ ਦੇ ਤੇ ਮਨ ਦੇ ਰੋਗਾਂ ਤੋਂ ਮੁਕਤੀ ਮਿਲਦੀ ਹੈ। ਚੌਥੀ ਵਿਸ਼ੇਸ਼ਤਾ ਇਹ ਹੈ ਕਿ ਇਹ ਜਨਮ ਮਰਨ ਦੇ ਬੰਧਨ ਤੋਂ ਕੱਟਦੀ ਹੈ। ਇੱਥੇ ਬਹੁਤ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਬਾਣੀ ਦੇ ਨਾਲ ਦੁੱਖ ਕੱਟੇ ਜਾਂਦੇ ਹਨ, ਸਗੋਂ ਇਸ ਬਾਣੀ ਨੂੰ ਸੁਣਨ ਪੜ੍ਹਨ ਵਾਲੇ ਦਾ ਪਰਲੋਕ ਵੀ ਸੁਹੇਲਾ ਹੋ ਜਾਂਦਾ ਹੈ। ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਨ ਵਾਲੇ ਮਨੁੱਖ ਦੀ ਦੁਰਲਭ ਦੇਹੀ ਵੀ ਸਫਲ ਹੋ ਜਾਂਦੀ ਹੈ। ਸਾਡੇ ਵਿੱਚ ਬਹੁ ਗਿਣਤੀ ਉਹਨਾਂ ਦੀ ਹੈ ਜੋ ਤਨ ਨਾਲ ਦੇਹ ਨਾਲ ਪਿਆਰ ਕਰਦੇ ਹਨ, ਪਰ ਇਹ ਬਿਨਸ ਜਾਣੀ ਹੈ। ਪਰ ਕਹਿੰਦੇ ਹਨ ਬਿਨਸਣ ਤੋਂ ਪਹਿਲਾਂ ਜਿਹਦਾ ਗੁਰੂ ਦੇ ਨਾਲ, ਬਾਣੀ ਨਾਲ ਅੰਦਰੋਂ ਪਿਆਰ ਹੋ ਜਾਵੇ, ਉਸਦਾ ਹੀ ਸਰੀਰ ਪ੍ਰਵਾਨ ਹੋ ਜਾਂਦਾ ਹੈ। ਵੈਸੇ ਤਾਂ ਸਰੀਰ ਨੇ ਬਿਨਸ ਜਾਣਾ ਹੈ, ਪਰ ਕਹਿੰਦੇ ਹਨ ਇਹ ਵੀ ਪ੍ਰਵਾਨ ਹੋ ਗਿਆ। ਕਿਸ ਦਾ ਪ੍ਰਵਾਨ ਹੋਇਆ? ਜਿਹੜਾ 2-4 ਕਰੋੜ ਮਗਰ ਛੱਡ ਕੇ ਗਿਆ? ਨਹੀਂ, ਫਿਰ ਕਿਸ ਦਾ? ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਸੋ ਇਸ ਬਾਣੀ ਨੂੰ ਰੋਜ਼ਾਨਾ ਨਾਲ ਨੇਮ 'ਚ ਅਪਣਾਉਣ ਨਾਲ ਭਾਈ ਨੰਦ ਸਾਹਿਬ ਜੀ ਦੇ ਬਚਨ ਹਨ ਕਿ 21 ਕੁਲਾਂ ਤਰ ਜਾਂਦੀਆਂ ਹਨ। ਪੰਜਵੀਂ ਵਿਸ਼ੇਸ਼ਤਾ ਇਸ ਦੀ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਇਹ ਹੈ ਕਿ ਇਹ ਕਰਮ ਭਾਵ ਲੇਖ ਵੀ ਬਦਲਦੀ ਹੈ। ਸਾਡੇ ਕਰਮਾਂ ਦੇ ਜੋ ਲੇਖ ਹੈ ਸਾਨੂੰ ਭੋਗਣੇ ਪੈਂਦੇ ਹਨ। ਜੋ ਬੀਜਿਆ ਹੈ ਸੋ ਕੱਟਣਾ ਹੀ ਪਵੇਗਾ। ਇਹ ਤਾਂ ਕੁਦਰਤ ਦਾ ਸਿਧਾਂਤ ਹੈ, ਜੈਸਾ ਬੀਜੇ ਸੋ ਲੁਣੇ, ਕਰਮ ਇਹੋ ਖੇਤ। ਇਸੇ ਤਰ੍ਹਾਂ ਹੀ ਇਸ ਸੰਸਾਰ ਵਿੱਚ ਕਿਸੇ ਨੂੰ ਜੋ ਦਿੱਤਾ ਹੈ, ਜੋ ਦਿੱਤਾ ਜਾਂਦਾ ਹੈ, ਉਹੀ ਵਾਪਸ ਆਪਣੇ ਕੋਲ ਆ ਜਾਂਦਾ ਹੈ। ਭਾਵ ਕਿ ਕਿਸੇ ਨੂੰ ਦੁੱਖ ਦੇ ਕੇ ਅਸੀਂ ਆਪਣੇ ਲਈ ਦੁੱਖਾਂ ਦੇ ਬੀਜ ਬੀਜਦੇ ਹਾਂ।
ਸੁਖਮਨੀ ਸਾਹਿਬ ਜੀ ਦੀ ਪੰਜਵੀਂ ਮਹਾਨਤਾ ਇਹ ਹੈ ਕਿ ਲੋਕ ਤੇ ਪਰਲੋਕ ਦੇ ਕਰਮ ਬਦਲਾਉਣ ਦੇ ਵਿੱਚ ਸਮਰੱਥ ਹੈ। ਛੇਵੀਂ ਵਿਸ਼ੇਸ਼ਤਾਈ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਕਿਸੇ ਦੂਸਰੇ ਦੇ ਮਨ ਦੇ ਖਿਆਲਾਂ ਨੂੰ ਵੀ ਬਦਲਾਉਂਦੀ ਹੈ। ਸਾਡਾ ਸਰੀਰ 5 ਤੱਤਾਂ ਤੋਂ ਬਣਿਆ ਹੈ, ਧਰਤੀ, ਆਕਾਸ਼, ਹਵਾ, ਪਾਣੀ ਤੇ ਅਗਨੀ। ਸੁਖਮਨੀ ਸਾਹਿਬ ਜੀ ਦੀ ਬਾਣੀ 'ਚ ਇੰਨੀ ਤਾਕਤ ਹੈ ਕਿ ਇਹਨਾਂ 5 ਤੱਤਾਂ ਨੂੰ ਬਦਲਣ ਦੀ ਤਾਕਤ ਰੱਖਦੀ ਹੈ। ਤੁਸੀਂ ਕਦੇ ਨੋਟ ਕਰੋ, ਤੁਹਾਡੇ ਪਰਿਵਾਰ ਵਿੱਚ ਕਿਸੇ ਸਰੀਰ ਦਾ ਸੁਭਾਅ ਬਹੁਤ ਗਰਮ ਹੁੰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਜਿਹੜੇ ਬੰਦੇ ਦਾ ਸੁਭਾਅ ਬਹੁਤ ਗਰਮ ਹੁੰਦਾ ਹੈ ਉਸ ਅੰਦਰ ਅਗਨੀ ਤੱਤ ਬਹੁਤ ਜ਼ਿਆਦਾ ਹੁੰਦਾ ਹੈ। ਹਰੇਕ ਇਨਸਾਨ ਦੀ ਜ਼ਿੰਦਗੀ ਵਿੱਚ ਉਸ ਦਾ ਸੁਭਾਅ ਸਿੱਧੇ ਤੌਰ 'ਤੇ 5 ਤੱਤਾਂ 'ਤੇ ਨਿਰਭਰ ਕਰਦਾ ਹੈ। ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਇੰਨੀ ਤਾਕਤ ਹੈ ਕਿ ਇਹਨਾਂ ਤੱਤਾਂ ਨੂੰ ਬਦਲਣ ਵਿੱਚ ਤਾਕਤ ਰੱਖਦੀ ਹੈ। 7ਵੀਂ ਵਿਸ਼ੇਸ਼ਤਾ ਇਹ ਹੈ ਕਿ ਜੇ ਕਿਸੇ ਮਨੁੱਖ ਦੇ ਅੰਦਰ ਕੋਈ ਔਗਣ ਹੋਵੇ ਜੋ ਕਿ ਉਸਦੇ ਛੱਡਣ ਦੇ ਤੋਂ ਅਸਮਰੱਥ ਹੋਵੇ ਤੋ ਇਸ ਨੂੰ ਸੁਖਮਨੀ ਸਾਹਿਬ ਜੀ ਦੀ ਬਾਣੀ ਨੂੰ ਨੇਮ ਨਾਲ ਕਰਨ ਦੇ ਨਾਲ ਉਹ ਔਗਣ ਨੂੰ ਛਡਾਉਣ ਦੀ ਜ਼ਿੰਮੇਵਾਰੀ ਗੁਰੂ ਆਪ ਲੈ ਲੈਂਦਾ ਹੈ। ਜਿਵੇਂ ਕੋਈ ਸ਼ਰਾਬੀ ਨੂੰ ਸ਼ਰਾਬ ਪੀਣ ਦੀ ਆਦਤ ਪੈ ਗਈ ਹੋਵੇ, ਪਰ ਜਿੰਨੀ ਦੇਰ ਕੋਈ ਔਗਣ ਵਾਲੇ ਬੰਦੇ ਨੂੰ ਕਿਸੇ ਗੁਰਸਿੱਖ ਭਾਵ, ਕਿਸੇ ਗੁਰਮੁਖ ਦੀ, ਕਿਸੇ ਬਖਸ਼ੀ ਹੋਈ ਦੀ ਸੰਗਤ ਨਾ ਮਿਲੇ, ਉਤਨੀ ਦੇਰ ਉਹਨੂੰ ਔਗਣ ਦੀ ਪਹਿਚਾਣ ਨਹੀਂ ਹੋ ਸਕਦੀ। ਜਦੋਂ ਪਹਿਚਾਣ ਹੋ ਗਈ ਪਰ ਕਾਫੀ ਦੇਰ ਬਾਅਦ ਔਗਣ ਕਰਦੇ ਕਰਦੇ ਆਦਤ ਬਣ ਗਈ, ਹੁਣ ਵਸ ਨਹੀਂ ਔਗਣ ਛੱਡੇ ਜਾਣ, ਪਰ ਸੋਝੀ ਆ ਗਈ ਹੈ ਕਿ ਇਹ ਕੰਮ ਠੀਕ ਨਹੀਂ। ਸੋ ਜਦੋਂ ਅਸੀਂ ਸਾਡੇ ਵਿੱਚ ਕੋਈ ਔਗਣ ਹੈ, ਛੱਡਣਾ ਚਾਹੁੰਦੇ ਹੋ ਪਰ ਛੱਡਣ ਤੋਂ ਸਮਰੱਥ ਹੋ, ਗੁਰੂ ਘਰ ਦਾ ਸੌਖਾ ਢੰਗ ਹੈ। ਮਹਾਂਪੁਰਸ਼ ਜੁਗਤੀ ਦੱਸਦੇ ਸਨ, ਕਹਿੰਦੇ ਸਨ ਕਿ ਜਿਤਨਾ ਵੀ ਤੁਸੀਂ ਨਿਯਮ ਕਰਦੇ ਹੋ ਉਸ ਤੋਂ ਇਲਾਵਾ ਇੱਕ ਪਾਠ ਸੁਖਮਨੀ ਸਾਹਿਬ ਜੀ ਦਾ ਰੋਜ਼ ਕਰੋ ਤੇ ਔਗਣ ਛੱਡਣ ਦੀ ਡਿਊਟੀ ਗੁਰੂ ਆਪੇ ਲੈ ਲਵੇਗਾ। 8ਵੀਂ ਵਿਸ਼ੇਸ਼ਤਾ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਇਹ ਹੈ ਕਿ ਇਹ ਜੰਤਰ ਮੰਤਰ, ਭੂਤ ਪ੍ਰੇਤ, ਵਹਿਮਾਂ ਭਰਮਾਂ, ਕਿਸੇ ਦੀ ਈਰਖਾ ਤੋਂ ਰਾਖੀ ਕਰਦੀ ਹੈ। ਅੱਜ ਸੰਸਾਰ ਦੇ ਵਿੱਚ ਬਹੁਤ ਤਾਤ ਦਿਨ ਗਿਣਤੀ ਉਹਨਾਂ ਲੋਕਾਂ ਦੀ ਹੈ ਜਿਹੜੇ ਆਪਣੇ ਦੁੱਖ ਤੋਂ ਇੰਨੇ ਦੁਖੀ ਨਹੀਂ ਹੁੰਦੇ, ਜੋ ਦੂਜੇ ਦੇ ਦੁੱਖ, ਦੂਜੇ ਦੇ ਸੁੱਖ ਨੂੰ ਦੇਖ ਕੇ ਦੁਖੀ ਹੁੰਦੇ ਹਨ। ਸੰਗਤ ਨਾ ਕੀਤੀ ਗਈ ਹੋਵੇ ਤਾਂ ਬੰਦਾ ਇਹਨਾਂ ਗੱਲਾਂ ਵਿੱਚ ਫਸਿਆ ਰਹਿੰਦਾ ਹੈ। ਸੋ ਇਹਨਾਂ ਈਰਖਾਵਾਂ, ਭੂਤਾਂ, ਪ੍ਰੇਤਾਂ ਨੂੰ, ਸਾਰੀਆਂ ਚੀਜ਼ਾਂ ਤੋਂ ਮੁਕਤ ਹੋਣ ਲਈ ਸਾਨੂੰ ਸੁਖਮਨੀ ਸਾਹਿਬ ਜੀ ਦਾ ਆਸਰਾ ਲੈਣਾ ਪਵੇਗਾ। ਜੇਕਰ ਤੁਸੀਂ ਸੁਖਮਨੀ ਸਾਹਿਬ ਦਾ ਪਹਿਰਾ ਰੱਖੋਗੇ ਤਾਂ ਜਿਹੜਾ ਕੋਈ ਤੁਹਾਡੇ ਬੁਰੇ ਦੀਆਂ ਸਕੀਮਾਂ ਬਣਾਉਂਦਾ ਹੈ ਉਸ ਤੋਂ ਸੁਖਮਨੀ ਸਾਹਿਬ ਜੀ ਦੀ ਬਾਣੀ ਬਚਾ ਕਰੇਗੀ। 9ਵੀਂ ਵਿਸ਼ੇਸ਼ਤਾ ਸ੍ਰੀ ਸੁਖਮਨੀ ਸਾਹਿਬ ਜੀ ਦੀ ਇਹ ਹੈ, ਇਸ ਬਾਣੀ ਸਾਡੇ ਪਰਦੇ ਵੀ ਕੱਜਦੀ ਹੈ। ਕਲਯੁਗ ਦਾ ਭਾਰੀ ਸਮਾਂ ਹੈ, ਸਾਡੇ ਵਿੱਚ ਕਈ ਕਮਜ਼ੋਰੀਆਂ ਹੁੰਦੀਆਂ ਹਨ ਜਾਂ ਨਾ ਵੀ ਕਮੀਆਂ ਹੋਣ ਕਿਸੇ ਵਿੱਚ, ਤਾਂ ਉਸ ਦੀ ਸੋਭਾ ਨੂੰ ਵੇਖ ਕੇ, ਉਸ ਦੀ ਚੜ੍ਹਤ ਨੂੰ ਵੇਖ ਕੇ, ਚੜ੍ਹਦੀ ਕਲਾ ਨੂੰ ਵੇਖ ਕੇ ਕਈ ਵਾਰ ਈਰਖਾ ਵਸ ਹੋ ਕੇ ਹਰ ਵੇਲੇ ਇਸ ਤਾਕ ਵਿੱਚ ਰਹਿੰਦੇ ਹਨ ਕਿ ਕੋਈ ਇਸ ਵਿੱਚ ਵੀਕਨੈਸ ਲੱਭੀਏ ਜਿਸ ਨਾਲ ਇਸ ਦੀ ਬੇਇੱਜ਼ਤੀ ਹੋਵੇ ਪਿੱਠ ਹੋ ਕੇ। ਭਾਵ ਇਹ ਕਲਯੁਗ ਹੈ। ਆਮ ਲੋਕਾਂ ਵਿੱਚ ਇੰਨੀ ਬਰਦਾਸ਼ਤ ਸ਼ਕਤੀ ਨਹੀਂ ਹੁੰਦੀ ਕਿ ਕਿਸੇ ਨੂੰ ਵੱਧਦਾ ਫੁੱਲਦਾ ਵੇਖ ਸਕਣ। ਸੁਖਮਨੀ ਸਾਹਿਬ ਜੀ ਦੀ ਬਾਣੀ ਨਾਲ ਪ੍ਰੀਤ ਕਰਨ ਵਾਲਿਆਂ ਦੇ ਜਿੰਨੇ ਮਰਜ਼ੀ ਨਿੰਦਿਆ, ਚੁਗਲੀ ਕਰਨ ਵਾਲੇ, ਈਰਖਾ ਕਰਨ ਵਾਲੇ ਪੈਦਾ ਹੋ ਜਾਣ, ਕੋਈ ਉਹਨਾਂ ਦਾ ਵਾਹ ਨਹੀਂ ਵਿੰਗਾ ਕਰ ਸਕਦਾ। ਜਿਹੜਾ ਗੁਰੂ ਵਾਲਾ ਬਣੇ, ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਨਿਯਮੀ ਹੋਵੇ, ਅੰਦਰੋਂ ਨਿਰਮਲਾ ਹੋਵੇ, ਕਿਸੇ ਦਾ ਬੁਰਾ ਨਾ ਮੰਗੇ, ਫਿਰ ਉਸ ਦਾ ਬੁਰਾ ਮੰਗਣ ਵਾਲੇ ਉਸ ਦਾ ਕੁਝ ਨਹੀਂ ਵਿਗਾੜ ਸਕਦੇ। ਕੋਈ ਚਾਹੇ ਵੀ ਉਸ ਨਾਲ ਧੋਖਾ ਕਰਨਾ, ਗੁਰੂ ਉਸ ਦੇ ਅੰਗ ਸੰਗ ਹੋ ਕੇ ਰਾਖੀ ਕਰਦਾ ਹੈ, ਪੈਜ ਰੱਖਦਾ ਹੈ ਆਪਣੇ ਪਿਆਰਿਆਂ ਦੀ।
ਸੋ ਇਹ ਸੀ ਅੱਜ ਅਸੀਂ ਜੋ ਵਿਚਾਰ ਕੀਤੀ ਸ਼੍ਰੀ ਸੁਖਮਨੀ ਸਾਹਿਬ ਜੀ ਦੀਆਂ 9 ਵਿਸ਼ੇਸ਼ਤਾਈਆਂ। ਸੋ ਇਹਨਾਂ ਨੂੰ ਪੜ੍ਹਨ ਉਪਰੰਤ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਰੋਜ਼ਾਨਾ ਨਿਤਨੇਮ ਤੋਂ ਇਲਾਵਾ ਇੱਕ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਚਾਹੀਦਾ ਹੈ। ਵਾਹਿਗੁਰੂ।